गुर सेवा ते पाईयै गुरमुख निस्तारा। सब गुरु बाण के बहुत चवर साहिब श्री गुरु ग्रंथ साहब महाराज जी की पावन पवित्र पाक हजूरी दे विच जो बैठे सत्संग जनों सतगुरु है वासमा प्राप्त होया है। धन धन गुरु तेग बहादुर महाराज जी की कथा पिछले समय तो आरंभ की है। अज दी जो विचार है राग बिलावल महला नौवां दुपदे एक ओंकार सतगुर प्रसाद दे सिरलेख हेठ थले है। पावन अंक 830 दे उत्ते ये दरगाही बोल दर्ज हैं। दुख हरता हर नाम पछाणो अजामल गनका जिह सिमरत मुकत पहे जी जानो रहा। सो आओ अज दी लड़ी वार विचार दे राही इस पावन शब्द दे नाल आपां जुड़ांगे, गुरु उपदेश दी विचार करांगे। सो सारियां संगतां ने मनोवृत्तियां एकाग्र करनियां। पाठ करन तो पहला विचार करन तो पहला गुरु फतेह दी सान करो। आखो जी वाहिगुरु जी का खालसा वाहिगुरु जी की फतेह। राग बिलावल महला नौवां। राग बिलावल महला नौवां दुपदे दुपदे एक ओंकार एक ओंकार सतगुर प्रसाद सतगुर प्रसाद। दुख हरता हर नाम पछानो दुख हरता हर नाम पछानो अजामल गनका जिह सिमरत अजामल गनका जय सिमरत मुकत पहे जी जानो मुकत भय जी जानो रहाओ। रहाओ। गज की त्रास मिटी छिन्हूं मैं गज की त्रास मिटी छिन्हूं मैं जब ही राम बखानो जब ही राम बखानो नारद कहत सुनत ध्रुव बारिक नारद कहत सुनत ध्रुव बारक भजन माहे लपटानो भजन माहे लपटानो अचल अमर निर्भय पद पायो अचल अमर निर्भय पद पायो जगत जाहे हैरानो जगत जाए हैरानो नानक कहत भगत रक्षक हर नानक कहत भगत रचत हर निकट ताहे तुम मानो निकट ताहे तुम मानो अचल अमर निर्भय पद पायो अचल अमर निर्भय पद पायो जगत जाहे हैरानो जगत जाहे हैरानो नानक कहत भगत रक्षक हर नानक कहत भगत रखच हर निकट ताहे तुम मानो निकट ताहे तुम मानो। वाहिगुरु जी का खालसा वाहिगुरु जी की फतेह। गुरु तेग बहादुर महाराज ने 15 रागां दे विच बाणी उचारण की है। गुरु ग्रंथ साहब दे विच 31 राग ने
ਤੇ 31ਵਾਂ ਰਾਗ ਗੁਰੂ ਤੇਗ ਬਹਾਦਰ ਮਹਾਰਾਜ ਦਾ ਉਚਾਰਨ ਕੀਤਾ ਹੋਇਆ। ਬਾਕੀ ਦੇ 30 ਰਾਗਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ 14 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ। 15ਵਾਂ ਰਾਗ ਗੁਰੂ ਸਾਹਿਬ ਜੀ ਦਾ ਕੱਲਿਆਂ ਦਾ। ਤੇ ਹੁਣ ਤੱਕ ਅਸੀਂ ਜੋ ਲੜੀਵਾਰ ਵਿਚਾਰ ਦੇ ਵਿੱਚ ਸਰਵਣ ਕੀਤਾ ਹੈ, 9 ਸ਼ਬਦ ਅਸੀਂ ਗੋੜੀ ਰਾਗ ਦੇ ਵਿੱਚ ਸਰਵਣ ਕਰਕੇ ਆਏ। 1 ਸ਼ਬਦ ਆਸਾ ਰਾਗ 'ਚ ਸਰਵਣ ਕੀਤਾ। 3 ਸ਼ਬਦ ਦੇਵ ਗੰਧਾਰੀ ਰਾਗ ਦੇ ਵਿੱਚ ਸਰਵਣ ਕੀਤੇ। 1 ਸ਼ਬਦ ਵਿਆਹਗੜਾ ਰਾਗ ਦੇ ਵਿੱਚ ਸਰਵਣ ਕੀਤਾ। ਉਸ ਤੋਂ ਬਾਅਦ ਸੋਰਠ ਰਾਗ ਦੇ ਵਿੱਚ 12 ਸ਼ਬਦ ਸਰਵਣ ਕੀਤੇ। ਤਨਾਸਰੀ ਰਾਗ ਦੇ ਵਿੱਚ 4 ਸ਼ਬਦ ਸਰਵਣ ਕੀਤੇ। ਉਸ ਤੋਂ ਉਪਰੰਤ ਜੈਸਰੀ ਰਾਗ ਦੇ ਵਿੱਚ 3 ਸ਼ਬਦ ਸਰਵਣ ਕੀਤੇ। ਉਸ ਤੋਂ ਬਾਅਦ ਸਾਹਿਬਾਂ ਦਾ ਟੋਡੀ ਰਾਗ ਜਿਹਦੇ ਵਿੱਚ 1 ਸ਼ਬਦ ਸਰਵਣ ਕੀਤਾ। ਉਸ ਤੋਂ ਬਾਅਦ ਤਿਲੰਗ ਰਾਗ ਦੇ ਵਿੱਚ 3 ਸ਼ਬਦ ਹੁਣ ਤੱਕ ਅਸੀਂ ਸਰਵਣ ਕੀਤੇ ਹਨ। ਤਿਲੰਗ ਰਾਗ ਤੋਂ ਅੱਗੇ ਸੋਹੀ ਰਾਗ ਹੈ, ਉਹਦੇ ਵਿੱਚ ਸਤਿਗੁਰ ਦਾ ਕੋਈ ਸ਼ਬਦ ਨਹੀਂ ਹੈ। ਔਰ ਸੋਹੀ ਤੋਂ ਬਾਅਦ ਬਿਲਾਵਲ ਰਾਗ, ਉਸਦੇ ਵਿੱਚ ਵੀ ਸਤਿਗੁਰ ਦੇ 3 ਸ਼ਬਦ ਨੇ, ਜਿਨ੍ਹਾਂ ਦੀ ਵਿਚਾਰ ਅੱਜ ਆਪਾਂ ਆਰੰਭ ਕਰ ਰਹੇ ਹਾਂ। ਪਾਵਨ ਅੰਕ 830 ਦੇ ਉੱਤੇ ਸਤਿਗੁਰ ਦੇ ਇਹ ਸ਼ਬਦ ਜੋ 3 ਸ਼ਬਦ ਹਨ, ਇਹਨਾਂ ਦੀ ਲੜੀ ਆਰੰਭ ਹੋ ਰਹੀ ਹੈ। ਰਾਗ ਬਿਲਾਵਲ, ਬਿਲਾਵਲ ਰਾਗ ਜੋ ਇਸ ਵੇਲੇ ਦਾ ਰਾਗ ਹੈ, ਪਾਓ ਕਿ 9 ਵਜੇ ਦੇ ਕਰੀਬ ਇਹ ਰਾਗ ਪੜ੍ਹਿਆ ਜਾਂਦਾ ਹੈ। ਔਰ ਮਹਿਲਾ 9ਵਾਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਦੁਪਦੇ। ਇੱਥੇ ਸਿਰਲੇਖ ਦੇ ਉੱਤੇ ਲਿਖਿਆ ਹੋਇਆ ਦੁਪਦੇ, ਪਾਓ ਕਿ ਸ਼ਬਦ ਦੇ 2 ਪਦੇ ਹਨ। ਜਦੋਂ ਵੀ ਗੁਰਬਾਣੀ ਦੇ ਵਿੱਚ ਦੁਪਦੇ, 4 ਪਦੇ, 5 ਪਦਾ, ਉਹਦੇ ਵਿੱਚ ਇੱਕ ਗੱਲ ਯਾਦ ਰੱਖਣਾ ਕਿ ਜਿਹੜਾ ਰਾਹੋ ਦਾ ਪਦਾ ਹੈ ਉਹ ਉਸ ਗਿਣਤੀ ਤੋਂ ਬਾਹਰ ਹੁੰਦਾ ਹੈ। ਭਾਵੇਂ ਦੁਪਦੇ ਦਾ ਸ਼ਬਦ ਹੈ, ਤਿਪਦੇ ਦਾ, 4 ਪਦੇ, 5 ਪਦੇ, ਰਾਹੋ ਦਾ ਸ਼ਬਦ ਵੱਖਰਾ ਹੁੰਦਾ ਹੈ। ਹਰ ਇੱਕ ਰਾਹੋ ਦੇ ਪਦੇ ਤੇ ਲਗਭਗ 1 ਪਿਆ ਹੁੰਦਾ ਹੈ। ਕਿਤੇ ਕਿਤੇ 1 ਨਹੀਂ ਪਾਇਆ, ਨਹੀਂ ਤੇ ਤਕਰੀਬਨ ਸਾਰੀਆਂ ਥਾਵਾਂ ਤੇ ਸਤਿਗੁਰ ਨੇ 1 ਪਾਇਆ। ਔਰ ਉਸ ਤੋਂ ਬਾਅਦ ਜਦੋਂ ਪਦਿਆਂ ਦੀ ਗਿਣਤੀ ਕੀਤੀ ਹੈ, ਫਿਰ 1, 2, 3, 4 ਇਸ ਤਰ੍ਹਾਂ ਪਦਿਆਂ ਦੀ ਗਿਣਤੀ ਕੀਤੀ ਗਈ। ਏਕਾ ਪਾਉਣ ਦਾ ਅਰਥ ਤੁਸੀਂ ਦੇਖੋਗੇ ਕਿ ਰਾਹੋ ਦੇ ਪਦੇ ਵੀ ਕਈ ਸ਼ਬਦਾਂ ਵਿੱਚ 2-2 ਆਏ ਹਨ। ਜਿਵੇਂ ਕਿ ਰਾਹੋ, ਫਿਰ ਦੂਜਾ ਰਾਹੋ ਦੂਜਾ ਵੀ ਆਇਆ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਉੱਥੇ ਪਦੇ ਦੀ ਗਿਣਤੀ ਜਦੋਂ ਅਸੀਂ 2 ਪਦੇ ਰਾਹੋ ਵਾਲੇ ਪੜਾਂਗੇ ਤੇ ਪਹਿਲੇ ਪਦੇ ਦੇ 1 ਪਿਆ ਹੋਏਗਾ ਤੇ ਰਾਹੋ ਦੂਜੇ ਦੇ ਉੱਤੇ ਪਦੇ ਦੇ 2 ਪਿਆ ਹੋਏਗਾ। ਪਾਓ ਕਿ ਇੱਕ ਦੇ ਵਿੱਚ ਕੋਈ ਸਵਾਲ ਕੀਤਾ, ਦੂਜੇ 'ਚ ਜਵਾਬ ਦਿੱਤਾ। ਇਸ ਕਰਕੇ ਤਕਰੀਬਨ ਜਿਹੜੇ ਰਾਹੋ ਦੇ ਪਦੇ ਨੇ ਉਹਨਾਂ ਦੇ ਅੱਗੇ ਗੁਰੂ ਸਾਹਿਬ ਜੀ ਨੇ 1 ਪਾ ਦਿੱਤਾ। ਔਰ ਜਦੋਂ ਪਦਿਆਂ ਦੀ ਗਿਣਤੀ ਕੀਤੀ ਫਿਰ ਉੱਥੇ ਵੀ 1 ਪਾ ਕੇ ਫਿਰ ਅੱਗੇ ਗੱਲ ਤੋਰੀ। ਆ ਉਸ ਦਾ ਮਕਸਦ ਸੀ ਗੁਰੂ ਸਾਹਿਬ ਜੀ ਦਾ ਵੀ ਇੱਕ ਜਿਹੜਾ ਪਦਾ ਰਾਹੋ ਦਾ 1 ਲਿਖਿਆ ਹੋਇਆ ਹੈ, ਇਸ ਰਾਹੋ ਦੇ ਪਦੇ ਦੇ ਆਲੇ ਦੁਆਲੇ ਸਾਰਾ ਜਿਹੜਾ ਸ਼ਬਦ ਹੈ ਉਹ ਪਰਿਕਰਮਾ ਕਰ ਰਿਹਾ ਹੈ। ਜਿਸ ਸ਼ਬਦ ਐਸਾ ਪੰਕਤੀਆਂ ਦੀ ਵਿਆਖਿਆ ਕਰ ਰਿਹਾ ਸਾਰਾ ਸ਼ਬਦ ਜੋ ਗੁਰੂ ਸਾਹਿਬ ਜੀ ਨੇ ਰਾਹੋ ਦੇ ਪਦੇ ਵਿੱਚ ਆਖਿਆ ਹੈ, ਉਸ ਦਾ ਹੀ ਵਿਸਥਾਰ ਗੁਰੂ ਸਾਹਿਬ ਜੀ ਨੇ ਬਾਕੀ ਪਦਿਆਂ ਦੇ ਵਿੱਚ ਕੀਤਾ। ਇੱਥੇ ਗੁਰੂ ਸਾਹਿਬ ਸ਼ੁਰੂ ਕਰ ਰਹੇ ਨੇ ਦੁਪਦੇ ਦੇ ਸਿਰਲੇਖ ਹੇਠ ਸ਼ਬਦ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੈ। ਆਪ ਜੀ ਨੂੰ ਦੱਸਿਆ ਸੀ ਜਦੋਂ ਮਹਿਲਾ ਚੇਂਜ ਹੁੰਦਾ ਹੈ, ਘਰ ਚੇਂਜ ਹੁੰਦਾ ਹੈ, ਔਰ ਕੋਈ ਵੀ ਸਰੀਰ ਜਦੋਂ ਚੇਂਜ ਹੁੰਦਾ ਉਸ ਵੇਲੇ ਗੁਰੂ ਸਾਹਿਬ ਜੀ ਨੇ ਮੰਗਲਾ ਚਰਨ ਗੁਰੂ ਗ੍ਰੰਥ ਸਾਹਿਬ ਜੀ 'ਚ ਸਾਰੀਆਂ ਥਾਵਾਂ ਤੇ ਦਰਜ ਕੀਤੇ। ਤੁਸੀਂ ਤਕਰੀਬਨ ਸ਼ਬਦ ਦੇਖੇ ਹੋਣਗੇ, ਜਿੱਥੇ ਮਹਿਲਾ ਪਹਿਲਾ, ਜਿੱਥੇ ਮਹਿਲਾ ਤੀਜਾ ਸ਼ੁਰੂ ਹੋਵੇਗਾ ਉੱਥੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਤੁਹਾਨੂੰ ਮਿਲੇਗਾ ਹੀ ਮਿਲੇਗਾ। ਜੇ ਮਹਿਲਾ ਚੌਥਾ ਸ਼ੁਰੂ ਹੋਵੇਗਾ ਉੱਥੇ ਵੀ ਇੱਕ ਓਂਕਾਰ ਸਤਿਗੁਰ ਪ੍ਰਸਾਦ, 5ਵਾਂ 9ਵਾਂ ਜਿੱਥੇ ਵੀ ਸ਼ਬਦਾਂ ਦੀ ਸ਼ੁਰੂਆਤ ਹੁੰਦੀ ਹੈ ਔਰ ਗੁਰੂ ਵਿਅਕਤੀ ਦਾ ਨਾਂ ਚੇਂਜ ਹੋਇਆ, ਮਹਿਲਾ ਚੇਂਜ ਹੋਇਆ, ਉੱਥੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਹੈ। ਦੂਜੀ ਕੰਡੀਸ਼ਨ ਹੈ ਪਦੇ ਚੇਂਜ ਹੋਏ ਨੇ, ਉੱਥੇ ਵੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਹੈ। ਤੀਜੀ ਕੰਡੀਸ਼ਨ ਹੈ ਕਿ ਘਰ ਜਿੱਥੇ ਚੇਂਜ ਹੁੰਦੇ ਨੇ ਉੱਥੇ ਵੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰੂ ਸਾਹਿਬ ਜੀ ਨੇ ਦਰਜ ਕੀਤਾ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਇੱਕ ਬੜੀ ਸੁੰਦਰ ਸ਼ੈਲੀ ਹੈ ਜੋ ਗੁਰੂ ਸਾਹਿਬ ਜੀ ਨੇ ਲਿਖੇ ਸਾਡੇ ਸਾਹਮਣੇ ਪਰੋਸ ਕੇ। ਥਾਲ ਵਿੱਚ 3 ਵਸਤੂ ਪਈਓ ਸਤ ਸੰਤੋਖ ਵਿਚਾਰੋ ਦੀ ਦਾਤ ਪਾਈ ਹੋਈ ਹੈ। ਇੱਥੇ ਗੁਰੂ ਸਾਹਿਬ ਜੀ ਹੁਣ ਕਿਰਪਾ ਕਰ ਰਹੇ ਹਨ, ਆਖਣ ਲੱਗੇ ਦੁੱਖ ਹਰਤਾ ਹਰ ਨਾਮ ਪਛਾਣੋ। ਦੁੱਖ ਨੂੰ ਹਰਨ ਵਾਲਾ
ਹਰੀ ਪਰਮਾਤਮਾ ਦੇ ਨਾਮ ਨੂੰ ਪਹਿਚਾਣ, ਸਾਂਝ ਪਾਈ ਰੱਖੋ ਉਸ ਨਾਮ ਦੇ ਨਾਲ। ਪਾਓ ਕਿ ਪਛਾਣ ਦਾ ਅਰਥ ਹੈ ਜਾਣ ਪਛਾਣ ਪਾ, ਸਾਂਝ ਪਾਈ ਰੱਖ, ਕਿਉਂਕਿ ਦੁੱਖ ਹਰਤਾ ਜਿਹੜਾ ਹੈ ਉਹ ਹਰੀ ਪਰਮਾਤਮਾ ਦਾ ਨਾਮ ਹੀ ਹੈ। ਇਸ ਕਰਕੇ ਉਸ ਨਾਮ ਦੇ ਨਾਲ ਤੇਰੀ ਜਾਣ ਪਛਾਣ ਹੋਣੀ ਚਾਹੀਦੀ ਹੈ, ਤੇਰੀ ਸਾਂਝ ਹੋਣੀ ਚਾਹੀਦੀ ਹੈ। ਉਸ ਨਾਮ ਦੇ ਨਾਲ ਤੂੰ ਜੁੜਿਆ ਹੋਵੇ, ਉਸ ਨਾਮ ਦੇ ਨਾਲ ਪਛਾਣ ਜਿਹੜਾ ਕਿ ਦੁੱਖ ਹਰਤਾ ਹੈ, ਸਾਰਿਆਂ ਦੇ ਦੁੱਖ ਨੂੰ ਹਰਨ ਵਾਲਾ ਹੈ। ਨਾਮ ਹੀ ਇੱਕ ਐਸੀ ਦਵਾਈ ਹੈ ਜਿਹੜੇ ਸੰਸਾਰ ਦੇ ਹਰ ਇੱਕ ਪ੍ਰਾਣੀ ਦੇ ਰੋਗ ਨੂੰ ਹਰ ਸਕਦੀ ਹੈ। ਬਾਕੀ ਦਵਾਈਆਂ ਯਾਦ ਰੱਖਣਾ ਸਾਰਿਆਂ ਦੇ ਉੱਤੇ ਫਿੱਟ ਨਹੀਂ ਪੈਂਦੀਆਂ, ਜਿੰਨੀ ਮਰਜ਼ੀ ਵਧੀਆ ਕੋਈ ਦਵਾਈ ਬਣਾ ਲਵੇ ਕੰਪਨੀ, ਪਰ ਸਾਰਿਆਂ ਨੂੰ ਸੂਟ ਨਹੀਂ ਕਰਦੀਆਂ। ਪਰ ਨਾਮ ਦੀ ਐਸੀ ਦਵਾਈ ਹੈ ਜਿਹੜੀ ਸਾਰਿਆਂ ਨੂੰ ਸੂਟ ਕਰਦੀ, ਕੋਈ ਵੀ ਖਾ ਲਵੇ ਹਉਮੈ ਦੇ ਰੋਗ ਤੋਂ ਮੁਕਤ ਹੋ ਜਾਏਗਾ, ਵਾਸਨਾਵਾਂ ਦੇ ਰੋਗ ਤੋਂ ਮੁਕਤ ਹੋ ਜਾਏਗਾ। ਮੈਂ ਮੇਰੀ ਤੋਂ ਉਹਦੇ ਜੀਵਨ 'ਚ ਖੇੜੇ ਇਹ ਮੁੱਕ ਜਾਣਗੇ, ਜਿਹੜੇ ਮੈਂ ਮੇਰੀ 'ਚ ਫਸਿਆ ਹੋਇਆ ਬੰਦਾ ਇਸ ਖੈੜੇ ਵਿੱਚ ਪਿਆ ਹੋਇਆ। ਇਸ ਕਰਕੇ ਸਤਿਗੁਰ ਨੇ ਸਾਰਿਆਂ ਦਾ ਇੱਕੋ ਹੀ ਨਿਸ਼ਾਨਾ ਦੱਸਿਆ ਕਿ ਨਾਮ, ਉਸ ਨਾਮ ਦੇ ਨਾਲ ਸਾਂਝ ਪਾ। ਔਰ ਨਾਮ ਤੁਸੀਂ ਕਿਸੇ ਵੀ ਅੱਖਰ ਦੇ ਨਾਲ ਜਪ ਸਕਦੇ ਹੋ। ਇਹ ਵੀ ਕੋਈ ਗੱਲ ਨਹੀਂ ਵੀ ਕੋਈ ਰਾਮ ਕਹੇ ਤਾਂ ਹੀ ਗੱਲ ਬਣੇਗੀ, ਕੋਈ ਕ੍ਰਿਸ਼ਨ ਕਹੇ, ਕੋਈ ਹਰੀ ਕਹੇ, ਕੋਈ ਅੱਲਾ ਕਹੇ, ਕੋਈ ਕੁਛ ਕਹੇ। ਭਾਵਨਾ ਨਿਰੰਕਾਰ ਸਰੂਪ ਦੇ ਨਾਲ ਜੁੜੀ ਹੋਣੀ ਚਾਹੀਦੀ। ਭਾਵਨਾ ਉਸ ਦੇ ਨਾਲ ਜੁੜੀ ਹੋਣੀ ਚਾਹੀਦੀ ਜਿਹੜਾ ਕਿ ਬਿਲਕੁਲ ਨਿਰਲੇਪ ਹੈ, ਜਿਹੜਾ ਜੂਨ ਦੇ ਵਿੱਚ ਨਹੀਂ ਆਉਂਦਾ, ਉਸ ਰੱਬ ਦੀ ਗੱਲ ਹੋਵੇ। ਫਿਰ ਗੱਲ ਸਮਝਿਓ ਵੀ ਜਦੋਂ ਰੱਬ ਦਾ ਤੁਸੀਂ ਨਾਮ ਜਪੋ, ਭਾਵੇਂ ਕੋਈ ਵੀ ਨਾਮ ਜਪ ਲਓ, ਪਰ ਉਸ ਰੱਬ ਦਾ ਨਾਮ ਜਿਹੜਾ ਜੂਨ 'ਚ ਨਹੀਂ ਆਇਆ। ਔਰ 10ਵੇਂ ਪਾਤਸ਼ਾਹ ਨੇ ਜਦੋਂ ਸਵੀਏ ਉਚਾਰਨ ਕੀਤੇ ਨਾ 33 ਸਵੀਏ, ਤੇ ਉੱਥੇ ਬੜਾ ਪਿਆਰਾ ਜ਼ਿਕਰ ਕੀਤਾ, ਕਿਉਂ ਕਹੋ ਕ੍ਰਿਸ਼ਨ ਕਿਰਪਾ ਨਿਧ ਹੈ ਕਿ ਕਾਜ ਤੇ ਬਾਣ ਲਗਾਇਓ। ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਚਮ ਪਾਤਸ਼ਾਹ ਜੀ ਦੇ ਸ਼ਬਦਾਂ ਨੂੰ ਪੜ੍ਹੋਗੇ ਤੇ ਉੱਥੇ ਗੁਰੂ ਸਾਹਿਬ ਆਖਦੇ ਨੇ, ਸੋ ਮੁਖ ਜਲੈ ਜੋ ਕਹਿ ਠਾਕੁਰ ਜੋਨੀ। ਉਹ ਮੁਖ ਸੜ ਜਾਣਾ ਚਾਹੀਦਾ ਜਿਹੜਾ ਰੱਬ ਨੂੰ ਕਹਿੰਦਾ ਵੀ ਉਹ ਜੂਨਾਂ ਵਿੱਚ ਆਉਂਦਾ, ਉਹ ਤੇ ਅਜੂਨੀ ਆ, ਜੂਨਾਂ ਵਿੱਚ ਆਉਂਦਾ ਹੀ ਨਹੀਂ। ਉਸ ਰੱਬ ਦੀ ਗੱਲ ਹੋਵੇ। ਇਹ ਤੁਹਾਡੇ ਨਾਲ ਦੁੱਖ ਹਰਤਾ ਹਰ ਨਾਮ ਪਛਾਣੋ ਦੀ ਗੱਲ ਕਰਾਂ, ਬੜੇ ਕਮਾਲ ਦੀ ਗੱਲ ਹੈ। ਅਮਰੀਕਾ ਦੇ ਵਿੱਚ ਇੱਕ ਗੁਰਮੁਖ ਸੱਜਣ, ਅੰਮ੍ਰਿਤਧਾਰੀ ਰੂਹ, ਨਾਮ ਜਪਣ ਵਾਲੇ ਸੱਜਣ ਕਿਸੇ ਅੰਗਰੇਜ਼ ਦੇ ਘਰ ਦੇ ਵਿੱਚ ਟਹਿਲਾਂ ਲਾ ਰਹੇ ਸਨ। ਅੱਧਾ ਕੁ ਕੰਮ ਹੋ ਚੁੱਕਿਆ ਸੀ, ਅੱਧੇ ਤੋਂ ਵੀ ਜ਼ਿਆਦਾ ਕੰਮ ਹੋ ਗਿਆ ਸੀ। ਤੇ ਅੱਜ ਉਹ ਬੀਬੀ ਅੰਗਰੇਜ਼ਨ ਟੈਸਟ ਕਰਾ ਕੇ ਆਈ ਤੇ ਉਸਨੇ ਗੱਲ ਕਹੀ ਵੀ ਸਰਦਾਰ ਜੀ ਕੰਮ ਬੰਦ ਕਰ ਦਿਓ, ਕਿਉਂਕਿ ਮੇਰੇ ਕੋਲ ਪੈਸੇ ਨਹੀਂ ਹਨ। ਕਿਉਂਕਿ ਮੈਂ ਟੈਸਟ ਕਰਾਉਣ ਗਈ ਸੀ ਤੇ ਮੈਨੂੰ ਕੈਂਸਰ ਨਿਕਲਿਆ, ਇਸ ਕਰਕੇ ਮੈਂ ਹੁਣ ਘਰ ਦੇ ਉੱਤੇ ਕੋਈ ਖਰਚ ਨਹੀਂ ਕਰ ਸਕਦੀ। ਬੜੇ ਧਿਆਨ ਨਾਲ ਗੱਲ ਸੁਣ, ਮੈਂ ਕੋਈ ਖਰਚ ਨਹੀਂ ਕਰ ਸਕਦੀ। ਉਹਨੂੰ ਵੀ ਬੜਾ ਝਟਕਾ ਲੱਗਿਆ ਵੀ ਜਿਹਦੇ ਘਰ 'ਚ ਮੈਂ ਕੰਮ ਕਰ ਰਿਹਾ, ਅਚਨਚੇਤ ਉਹ ਕਹਿੰਦੀ ਕੰਮ ਬੰਦ ਕਰ ਦਿਓ। ਔਰ ਪਹਿਲੇ ਵੀ ਪੈਸੇ ਉਸਦੇ ਰਹਿੰਦੇ ਸਨ, ਕੰਮ ਕੀਤਾ ਸੀ, ਤੇ ਅੱਗੇ ਵਾਸਤੇ ਜਿਹੜਾ ਰਹਿੰਦਾ ਕੰਮ ਸੀ ਉਹ ਵੀ ਰੁਕਵਾ ਦਿੱਤਾ ਵੀ ਹੁਣ ਕੰਮ ਨਾ ਕਰਿਓ, ਕਿਉਂਕਿ ਮੇਰੇ ਕੋਲ ਪੈਸੇ ਨਹੀਂ ਹਨ, ਮੈਂ ਆਪਣਾ ਇਲਾਜ ਕਰਾਉਣਾ, ਟ੍ਰੀਟਮੈਂਟ ਕਰਾਉਣਾ। ਜੇ ਮੈਂ ਜਿੰਦੀ ਰਹੀ ਤੇ ਫਿਰ ਵੇਖਾਂਗੇ, ਨਹੀਂ ਤੇ ਕੋਈ ਗੱਲ ਨਹੀਂ। ਅੱਜ ਗੁਰਸਿੱਖ ਉੱਥੋਂ ਉਦਾਸ ਹੋ ਕੇ ਘਰ ਆਇਆ। ਘਰ ਆਇਆ ਜਦੋਂ ਤੇ ਘਰ ਦੇ ਵਿੱਚ ਜਵਾਨ ਧੀ, ਪਰਿਵਾਰ ਸਾਰਾ ਬਾਣੀ ਨਾਲ ਜੁੜਿਆ ਹੋਇਆ। ਬੱਚੀ ਨੇ ਪੁੱਛਿਆ, ਬਾਪੂ ਕੀ ਗੱਲ ਕਿ ਅੱਜ ਥੋੜੇ ਨਿਰਾਸ਼ ਲੱਗਦੇ ਹੋ? ਕਹਿੰਦੇ ਨਿਰਾਸ਼ ਨਹੀਂ, ਜਿੱਥੇ ਮੈਂ ਕੰਮ ਕਰਦਾ ਸੀ ਉੱਥੇ ਅੱਜ ਮੇਰਾ ਕੰਮ ਬੰਦ ਹੋ ਗਿਆ। ਕਹਿੰਦੇ ਫਿਰ ਕੀ ਹੋਇਆ, ਕਿਉਂ ਹੋਇਆ? ਬੱਚਿਆਂ ਨੇ ਸਵਾਲ ਕਰਨਾ ਸੀ। ਕਹਿੰਦੇ ਉਹ ਬੀਬੀ ਨੂੰ ਕੈਂਸਰ ਹੈ। ਉਹਨੇ ਕਿਹਾ ਵੀ ਮੈਂ ਪਹਿਲਾਂ ਇਲਾਜ ਕਰਾਵਾਂਗੀ, ਉਸ ਤੋਂ ਬਾਅਦ ਜੇ ਮੈਂ ਜਿਉਂਦੀ ਰਹੀ ਤੇ ਫਿਰ ਦੇਖਾਂਗੇ ਘਰ ਦਾ ਕੰਮ। ਕਿਉਂਕਿ ਡਾਕਟਰਾਂ ਨੇ ਲਗਭਗ ਮੈਨੂੰ ਜਵਾਬ ਵੀ ਦੇ ਦਿੱਤਾ ਵੀ ਤੇਰਾ ਬਚਣਾ ਨਾਮੁਮਕਿਨ ਹੈ। ਸਰਦਾਰ ਜੀ ਕਹਿ ਕੇ ਆਏ ਸਨ ਵੀ ਮੈਂ ਤੇਰਾ ਕੰਮ ਇਹ ਪੂਰਾ ਕਰਨਾ, ਭਾਵੇਂ ਪੈਸੇ ਦੇਈ ਭਾਵੇਂ ਨਾ ਦੇਈ। ਤੇ ਬੱਚੀ ਕਹਿਣ ਲੱਗੀ ਕੋਈ ਨਹੀਂ, ਤੁਸੀਂ ਉਸਦਾ ਜਿਹੜਾ ਰਸੋਈ ਦਾ ਕੰਮ ਰਹਿੰਦਾ ਸੀ ਕਹਿੰਦੇ ਉਹ ਕੰਮ ਪੂਰਾ ਕਰ ਦਿਓ
ਤੇ ਬੱਚੀ ਨੇ ਆਪਣੇ ਦਸਵੰਧ ਦੀ ਗੋਲਕ ਲਾਈ ਸੀ। ਉਸ ਬੱਚੀ ਨੇ ਗੋਲਕ ਭੰਨੀ ਤੇ ਉਹਦੇ ਜਿੰਨੇ ਪੈਸੇ ਸੀ ਆਪਣੇ ਬਾਪੂ ਨੂੰ ਦੇ ਦਿੱਤੇ ਵੀ ਲਓ ਇਹ ਡਾਲਰ ਨੇ, ਔਰ ਜਿਹੜੀ ਟੈਲਾਂ ਉਹਨਾਂ ਆਉਂਦੀਆਂ ਉਹਦਾ ਕੰਮ ਪੂਰਾ ਕਰ ਦਿਓ। ਪਿਆਰ ਵਾਲੇ ਉਸ ਦਾ ਕੰਮ ਕੰਪਲੀਟ ਕਰ ਦਿੱਤਾ। ਜਿਸ ਦਿਨ ਕੰਮ ਸਮਾਪਤ ਹੋਣਾ ਸੀ ਉਸ ਦਿਨ ਇੱਕ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਫੋਟੋ, ਉਸ ਦੇ ਵਿੱਚ ਚੱਲਦਾ ਧੰਨ ਧੰਨ ਰਾਮਦਾਸ ਗੁਰੂ ਜਿਨ ਸਿਰਿਆ ਤਿਨੈ ਸਵਾਰਿਆ। ਤੁਸੀਂ ਕਈਆਂ ਦੇ ਘਰ 'ਚ ਲੱਗੀਆਂ ਹੁੰਦੀਆਂ ਨੇ, ਉਹਦੇ ਵਿੱਚ ਸ਼ਬਦ ਚੱਲਦੇ ਰਹਿੰਦੇ ਨੇ, ਸਿਮਰਨ ਚੱਲਦਾ ਰਹਿੰਦਾ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹ ਜਦੋਂ ਕੰਮ ਸਮਾਪਤ ਕਰਕੇ ਆਉਣ ਲੱਗਿਆ ਔਰ ਉਸਨੇ ਸਾਰੀ ਗੱਲਬਾਤ ਉਹਨੇ ਸੁਣੀ ਲਈ ਸੀ ਵੀ ਜੇ ਅਸੀਂ ਬਚੇ, ਮੈਂ ਬਚੀ ਤੇ ਕੰਮ ਕਰਾ ਲਾਂਗੇ, ਨਹੀਂ ਬਚੀ ਉਹਨੇ ਕਿਹਾ ਨਹੀਂ ਮੈਂ ਕੰਮ ਪੂਰਾ ਕਰਨਾ ਹੈ। ਆਪਣੇ ਘਰ ਜੋ ਦਸਵੰਧ ਦੇ ਪੈਸੇ ਪਏ ਸੀ ਉਹਨਾਂ ਤੋਂ ਸਮਾਨ ਲਾ ਕੇ ਉਹਦੇ ਘਰ ਦਾ ਕੰਮ ਕੰਪਲੀਟ ਕਰ ਦਿੱਤਾ। ਭਾਵੇਂ ਉਹ ਰੋਕਦੀ ਰਹੀ ਪਰ ਕਹਿੰਦੇ ਮੈਂ ਕਿੱਥੋਂ ਪੈਸੇ ਦਾਂਗੀ। ਕਹਿੰਦੇ ਨਹੀਂ ਕੋਈ ਨਹੀਂ, ਇਹ ਸਮਝੋ ਕਿ ਜੋ ਸਾਨੂੰ ਗੁਰੂ ਸਾਹਿਬ ਜੀ ਨੇ ਭੇਜਿਆ ਤੁਹਾਡੀ ਸੇਵਾ ਕਰਨ ਵਾਸਤੇ, ਸੇਵਾ ਕਰ ਦਿੱਤੀ। ਸੇਵਾ ਕਰ ਦਿੱਤੀ। ਆਖਰੀ ਦਿਨ ਉਹ ਲੈ ਕੇ ਘਰ ਤੋਂ ਗਏ। ਘਰ ਉਹਨਾਂ ਦੇ ਜਿਹਦੇ ਵਿੱਚ ਸ਼ਬਦ ਚੱਲਦਾ ਸੀ, ਸਿਮਰਨ ਚੱਲਦਾ ਸੀ, ਤੇ ਉਸ ਨੂੰ ਦੇ ਕੇ ਆਏ ਬੀਬੀ ਨੂੰ, ਗੋਰੀ ਨੂੰ। ਉਸ ਨੂੰ ਕਿਹਾ ਵੀ ਇਹ ਦਿਨ ਰਾਤ ਨੂੰ ਚੱਲਦੇ ਰਹਿਣ ਦੇ। ਉਹ ਦੇ ਕੇ ਆਏ ਨੇ, ਵਾਪਸ ਆ ਗਏ ਔਰ ਉਸ ਪਾਸੇ ਦਾ ਚੇਤਾ ਵੀ ਭੁੱਲ ਗਏ ਵੀ ਉਹ ਤੋਂ ਪੈਸੇ ਲੈਣੇ ਜਾਂ ਉਹਦਾ ਕੰਮ ਕੀਤਾ ਸੀ। ਪਰ ਉਹ ਜਿਹੜੀ ਬੀਬੀ ਸੀ ਅੰਗਰੇਜ਼ਾਂ ਨੂੰ ਉਹਨੂੰ ਪਤਾ ਵੀ ਡਾਕਟਰ ਨੇ ਜਵਾਬ ਤਾਂ ਦਿੱਤਾ ਹੋਇਆ, ਅਸੀਂ ਚਲੇ ਤੇ ਜਾਣਾ ਹੀ ਹੈ। ਤੇ ਜਿਹੜਾ ਸਰਦਾਰ ਜੀ ਦੇ ਕੇ ਗਏ ਉਹਨੂੰ ਲਾ ਕੇ ਉਹਨੂੰ ਫਿੱਟ ਕਰਕੇ ਆਏ ਸਨ ਤੇ ਉਸ ਬੀਬੀ ਨੇ ਅੱਗੇ ਬਹਿ ਜਾਣਾ ਉੱਤੇ। ਔਰ ਜਿਵੇਂ ਪੰਕਤੀ ਚੱਲਣੀ, ਹੌਲੀ ਹੌਲੀ ਉਹ ਪੰਕਤੀ ਦੇ ਨਾਲ ਜੁੜਨਾ ਸ਼ੁਰੂ ਕਰ ਦਿੱਤਾ। ਧੰਨ ਧੰਨ ਰਾਮਦਾਸ ਗੁਰੂ ਜਿਨ ਸਿਰਿਆ ਤਿਨੈ ਸਵਾਰਿਆ। ਛੋਟੀ ਛੋਟੀ ਪੰਕਤੀਆਂ ਚੱਲਦੀਆਂ, ਕਈਆਂ ਦੇ ਘਰਾਂ ਵਿੱਚ ਮੈਂ ਦੇਖਿਆ ਉਹ ਲੱਗੇ ਹੋਏ ਨੇ। ਫਿਰ ਜੋ ਵਾਹਿਗੁਰੂ ਵਾਹਿਗੁਰੂ ਸਿਮਰਨ ਚੱਲਦਾ ਹੈ ਤੇ ਉਹ ਹੌਲੀ ਹੌਲੀ ਉਸ ਸਿਮਰਨ ਦੇ ਨਾਲ ਜੁੜਨਾ ਸ਼ੁਰੂ ਹੋ ਗਈ। ਅਸੀਂ ਕਹਿੰਦੇ ਵਾਹਿਗੁਰੂ, ਉਹ ਕਹਿੰਦੇ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ, ਕਰਦੇ ਕਰਦੇ ਲਿਵ ਲੱਗੇ। ਮਹੀਨਾ ਇੱਕ ਡੇਢ ਲੰਘਿਆ ਔਰ ਤੁਸੀਂ ਯਕੀਨ ਮੰਨਣਾ ਕਿ ਜਦੋਂ ਉਸਨੇ ਉਸ ਫੋਟੋ ਦੇ ਅੱਗੇ ਬੈਠ ਕੇ ਔਰ ਉਸ ਸ਼ਬਦ ਦਾ ਅਭਿਆਸ ਕੀਤਾ, ਜਿਹੜਾ ਸ਼ਬਦ ਉਹ ਸਰਦਾਰ ਜੀ ਦੇ ਕੇ ਆਏ ਸੀ, ਵਾਹਿਗੁਰੂ ਸਿਮਰਨ ਕੀਤਾ, ਧੰਨ ਧੰਨ ਗੁਰੂ ਰਾਮਦਾਸ ਗੁਰੂ ਜਿਨ ਸਿਰਿਆ ਤਿਨੈ ਸਵਾਰਿਆ, ਇਸ ਪੰਕਤੀ ਨੂੰ, ਕਿਉਂਕਿ ਉਹਨੂੰ ਪਤਾ ਸੀ ਵੀ ਮੇਰਾ ਤਾਂ ਆਖਰੀ ਵਕਤ ਹੈ, ਡਾਕਟਰਾਂ ਨੇ ਜਵਾਬ ਦਿੱਤਾ ਹੋਇਆ, ਮੇਰਾ ਕੁਝ ਹੋ ਨਹੀਂ ਸਕਦਾ। ਪਿਆਰ ਵਾਲਿਓ, ਸੱਚ ਜਾਣਨਾ, ਉਸ ਦੀ ਇਤਨੀ ਸੁਰਤ ਜੁੜ ਗਈ, ਇਤਨੀ ਲਿਵ ਜੁੜ ਗਈ ਸਤਿਗੁਰ ਦੇ ਚਰਨਾਂ 'ਚ। ਤੇ ਉਹ 1.5 ਮਹੀਨੇ ਬਾਅਦ ਜਦੋਂ ਫਿਰ ਦੁਬਾਰਾ ਗਈ ਨਾ ਚੈੱਕ ਕਰਾਉਣ ਵਾਸਤੇ, ਤੇ ਉਹਨੂੰ ਕੋਈ ਕੈਂਸਰ ਨਹੀਂ ਸੀ। ਉਸਨੇ ਉਸ ਵੇਲੇ ਜਦੋਂ ਚੈੱਕ ਕਰਾ ਕੇ, ਡਾਕਟਰ ਬੜੇ ਹੈਰਾਨ ਵੀ ਇਸ ਬੀਬੀ ਨੂੰ ਅਸੀਂ ਸਮਾਂ ਦੇ ਦਿੱਤਾ ਸੀ ਵੀ ਤੂੰ ਬਚਣਾ ਕੋਈ ਨਹੀਂ, ਪਰ ਇਹ ਹੋਇਆ ਕਿ ਇਸ ਦੇ ਨਾਲ, ਤੂੰ ਕਿਹੜੀ ਦਵਾਈ ਖਾਣੇ? ਕਹਿੰਦੇ ਕੋਈ ਦਵਾਈ ਨਹੀਂ ਖਾਧੀ। ਬੜੇ ਹੈਰਾਨ ਵੀ ਨਹੀਂ, ਮੈਡੀਸਨ ਤੋਂ ਬਿਨਾਂ ਕਿਵੇਂ ਤੂੰ ਠੀਕ ਹੋ ਗਈ? ਕਹਿੰਦੇ ਨਹੀਂ ਮੈਂ ਕੋਈ ਦਵਾਈ ਨਹੀਂ ਖਾਧੀ। ਜਦੋਂ ਡਾਕਟਰ ਨੇ ਕਿਹਾ ਤੇਰੀ ਰਿਪੋਰਟ ਤਾਂ ਕਲੀਨ ਹੈ, ਤੈਨੂੰ ਕੋਈ ਕੈਂਸਰ ਨਹੀਂ ਹੈ, 1.5 ਮਹੀਨਾ ਪਹਿਲਾਂ ਜਵਾਬ ਦੇ ਚੁੱਕੇ ਡਾਕਟਰ। ਇਹ ਅੱਜ ਵੀ ਜੋ ਅਮਰੀਕਾ ਦੇ ਵਿੱਚ ਉਹ ਬੰਦੇ ਹੈਗੇ ਨੇ, ਤੁਸੀਂ ਜਾ ਕੇ ਪਤਾ ਕਰ ਸਕਦੇ ਹੋ। ਪਿਆਰ ਵਾਲੇ, ਸੱਚ ਜਾਣਨਾ, ਜਦੋਂ ਉਹ ਆਈ ਘਰ ਐਡੀ ਖੁਸ਼, ਤੇ ਉਸ ਵੇਲੇ ਸਰਦਾਰ ਜੀ ਨੂੰ ਫੋਨ ਮਾਰਿਆ। ਉਹ ਆਪਣੇ ਕੰਮ ਤੇ ਸ਼ਾਮ ਦਾ ਵਕਤ ਸੀ, ਆ ਰਹੇ ਸਨ। ਸਰਦਾਰ ਜੀ ਨੂੰ ਕਿਹਾ ਵੀ ਤੁਸੀਂ ਮੇਰੇ ਘਰ ਆਉਣਾ। ਤੇ ਸਰਦਾਰ ਜੀ ਨੇ ਸੋਚਿਆ ਵੀ ਸ਼ਾਇਦ ਹੋ ਸਕਦਾ ਪੈਸੇ ਦਾ ਪ੍ਰਬੰਧ ਹੋ ਗਿਆ ਹੋਵੇ, ਇਸਨੇ ਪੈਸੇ ਦੇਣ ਵਾਸਤੇ ਫੋਨ ਕੀਤਾ। ਕੋਈ ਬੰਦਾ ਸੋਚਦਾ ਵੀ ਚਲੋ ਪੈਸੇ ਲਾਏ ਨੇ, ਕਦੀ ਮਨ 'ਚ ਆਇਆ ਹੋਵੇ ਚਲੋ ਉਸਦੇ ਪੈਸੇ ਨੇ, ਪੈਸੇ ਦੇ ਦਿੰਦੇ। ਇਹ ਜੋ ਘਰ ਦੇ ਵਿੱਚ ਗਿਆ ਔਰ ਉਸਨੇ ਜਾ ਕੇ ਕਿਹਾ ਵੀ ਤੂੰ ਜੋ ਮੈਨੂੰ ਦੇ ਕੇ ਗਿਆ ਸੀ ਨਾ, ਤੇ ਮੈਂ ਉਹਦਾ ਅਭਿਆਸ ਕੀਤਾ ਔਰ ਮੇਰਾ ਕੈਂਸਰ ਠੀਕ ਹੋ ਗਿਆ। ਤੇ ਉਸਨੇ ਸਹਿਸ ਹੋਇਆ, ਤੂੰ ਕੀ ਜਪਦੀ ਸੀ? ਕਹਿੰਦੇ ਮੈਂ ਜਪਦੀ ਸੀ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ। ਇਹ ਕਹਿਣ ਲੱਗਾ ਇਦਾਂ ਨਹੀਂ, ਵਾਹਿਗੁਰੂ ਜਪੀਦਾ। ਕਹਿੰਦੇ ਨਹੀਂ ਮੈਂ ਤਾਂ ਗੁਰੂ ਵਾਹ ਜਪਦੀ ਰਹੀ। ਅੱਖਾਂ ਦੇ ਵਿੱਚੋਂ ਪਾਣੀ, ਨੀਰ ਵਗਣ ਲੱਗ ਪਿਆ। ਉਸ ਅੰਮ੍ਰਿਤਧਾਰੀ ਗੁਰੂ ਕੇ ਸਿੱਖ ਦੇ ਵਿੱਚੋਂ ਵੀ ਦਾਤਾ, ਤੈਨੂੰ ਕੋਈ ਗੁਰੂ ਵਾਹ ਵੀ ਕਹਵੇ ਤੂੰ ਤਾਂ ਵੀ ਜੋ ਦੁੱਖ ਹਰਤਾ ਹੈ, ਤਾਂ ਵੀ ਲੋਕਾਂ ਦੇ ਰੋਗ ਮਿਟਾ ਦਿੰਦਾ। ਤੈਨੂੰ ਕਿਸੇ ਨਾਮ ਦੇ ਨਾਲ ਵੀ ਯਾਦ ਕੀਤਾ ਜਾਏ ਤੇ ਜੋ ਤੂੰ ਉਹਨਾਂ ਦੇ ਸਾਰੇ ਦੁੱਖ ਹਰ ਲੈਣਾ। ਉਸ ਬੀਬੀ ਨੇ ਗੱਲ ਆਖੀ ਕਿ ਜਿਨ੍ਹਾਂ ਦੀ ਇਹ ਫੋਟੋ, ਦਰਬਾਰ ਸਾਹਿਬ ਦੀ ਫੋਟੋ ਲੱਗੀ ਸੀ ਉਹਦੇ ਵਿੱਚ, ਵੀ ਮੈਂ ਉਸ ਦਰ ਤੇ ਜਾਣਾ ਚਾਹੁੰਦੀ ਹਾਂ
ਜਿਸ ਦੇ ਨਾਮ ਜਪਿਆ, ਜਿਸ ਦੀ ਕੀਰਤੀ ਗਾਇਆ, ਜਿਸ ਵਾਹਿਗੁਰੂ ਨੂੰ ਜਪ ਰਿਹਾ, ਦਿਨ ਰਾਤ ਮੇਰੀ ਸੁਰਤ ਲੱਗੀ ਉਸ ਦੇ ਵਿੱਚ। ਕਈ ਕਈ ਘੰਟੇ ਕਦੇ ਮੈਂ ਬੈਠੀ ਰਹਿੰਦੀ ਸੀ, ਗੁਰੂ ਵਾਹ ਗੁਰੂ ਵਾਹ ਗੁਰੂ ਵਾਹ, ਇਹ ਚੱਲਦਾ ਰਹਿੰਦਾ ਸੀ। ਕਹਿੰਦੇ ਮੈਂ ਉਸਦਾ ਧੰਨਵਾਦ ਕਰਕੇ ਆਉਣਾ ਚਾਹੁੰਦੀ ਹਾਂ। ਜਿਸ ਦਰ ਦੀ ਇਹ ਫੋਟੋ ਹੈ, ਕਹਿੰਦੇ ਇਹ ਤਾਂ ਦਰਬਾਰ ਸਾਹਿਬ ਦੀ ਫੋਟੋ ਹੈ। ਕਹਿੰਦੇ ਕਿੱਥੇ ਪੈਂਦਾ? ਕਹਿੰਦੇ ਅੰਮ੍ਰਿਤਸਰ। ਉਹਨੂੰ ਇਹ ਵੀ ਨਹੀਂ ਪਤਾ ਸੀ ਵੀ ਇਹ ਕਿੱਥੇ ਅਸਥਾਨ ਹੈ। ਉਹ ਬੜੇ ਸਤਿਕਾਰ ਨਾਲ ਭਾਰਤ ਵਿੱਚ ਆਈ। ਸਭ ਤੋਂ ਪਹਿਲਾਂ ਉਹ ਸਿੱਧੀ ਦਰਬਾਰ ਸਾਹਿਬ ਗਈ। ਉੱਥੇ ਜਾ ਕੇ ਗੁਰੂ ਸਾਹਿਬ ਜੀ ਦਾ ਧੰਨਵਾਦ ਕੀਤਾ, ਸ਼ੁਕਰਾਨਾ ਕੀਤਾ ਵੀ ਦਾਤਾ ਤੇਰੇ ਸ਼ਬਦ ਵਿੱਚ, ਤੇਰੇ ਦਿੱਤੇ ਗੁਰਮੰਤਰ ਵਿੱਚ, ਤੇਰੇ ਦਿੱਤੇ ਨਾਮ ਦੇ ਵਿੱਚ ਐਡੀ ਤਾਕਤ ਹੈ। ਦਾਸ ਬੇਨਤੀ ਕਰ ਰਿਹਾ ਸੀ, ਨਾਮ ਤੁਸੀਂ ਕਿਸੇ ਵੀ ਤਰੀਕੇ ਨਾਲ ਜਪੋ, ਪਰ ਤੁਹਾਡੀ ਭਾਵਨਾ ਇਹ ਹੋਵੇ ਕਿ ਉਹ ਪਰਮਾਤਮਾ ਅਜੂਨੀ ਹੈ। ਅਜੂਨੀ ਦਾ ਨਾਮ ਜਪਣਾ। ਜਿਹੜਾ ਜੂਨਾਂ ਵਿੱਚ ਆਉਂਦਾ ਉਸ ਦਾ ਨਾਮ ਨਹੀਂ ਜਪਣਾ। ਜਿਹੜਾ ਅਜੂਨੀ ਹੈ, ਜਿਹੜਾ ਜੂਨਾਂ ਵਿੱਚ ਨਹੀਂ ਆਉਂਦਾ, ਉਹ ਕਰਦਾ ਪਤਾ ਕੀ, ਦੁੱਖ ਹਰਤਾ, ਸਾਰਿਆਂ ਦੇ ਦੁੱਖ ਹਰ ਲੈਂਦਾ। ਤਾਈ ਮਹਾਰਾਜ ਨੇ ਕਿਹਾ ਕਿ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, 8 ਪਹਿਰ ਆਰਾਧੀਐ ਪੂਰਨ ਸਤਿਗੁਰ ਗਿਆਨ। ਸਾਨੂੰ ਯਕੀਨ ਹੋਣਾ ਚਾਹੀਦਾ ਉਸ ਨਾਮ ਦੇ ਉੱਤੇ, ਭਰੋਸਾ ਹੋਣਾ ਚਾਹੀਦਾ ਸਾਨੂੰ। ਮੈਂ ਬੇਨਤੀ ਕਰਾਂ, ਇਸ ਬਾਣੀ 'ਚ ਬੜੀ ਤਾਕਤ ਹੈ, ਪਰ ਅਸੀਂ ਉਸ ਭਾਵਨਾ ਨਾਲ, ਉਸ ਸ਼ਰਧਾ ਨਾਲ, ਉਸ ਯਕੀਨ ਨਾਲ, ਉਸ ਅਕੀਦੇ ਨਾਲ ਨਹੀਂ ਪੜ੍ਹਦੇ ਜਿਸ ਅਕੀਦੇ ਨਾਲ ਇਹ ਬਾਣੀ ਉਚਾਰਨ ਹੋਈ। ਜਿਸ ਅਵਸਥਾ ਵਿੱਚ ਇਹ ਬਾਣੀ ਉਚਾਰਨ ਹੋਈ, ਜੇ ਉਸ ਅਵਸਥਾ 'ਚ ਬਾਣੀ ਜਾ ਕੇ ਪੜ੍ਹੀਏ ਨਾ, ਜਾਂ ਉਸ ਤਰ੍ਹਾਂ ਦੀ ਅਵਸਥਾ ਬਣਾ ਕੇ ਜੀਵਨ ਜੀਵੀਏ, ਤਾਂ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਤਾਕਤ ਹੈ। ਜੇ ਉਸ ਨਾਮ ਦੇ ਨਾਲ ਸਾਡੀ ਜਾਣ ਪਹਿਚਾਣ ਬਣ ਗਈ, ਸਾਂਝ ਪੈ ਗਈ, ਤੇ ਦੁੱਖ ਹਰਤਾ, ਉਹ ਸਾਡੇ ਦੁੱਖ ਹਰਨ ਕਰ ਲਏਗਾ, ਨਾਸ਼ ਕਰ ਦੇਗਾ। ਇੱਥੇ ਵੀ ਕਹਿ ਰਹੇ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਦੁੱਖ ਹਰਤਾ ਹਰ ਨਾਮ ਪਛਾਣੋ, ਉਸ ਵਾਹਿਗੁਰੂ ਦੇ ਨਾਮ ਨਾਲ ਸਾਂਝ ਪਾਈ ਰੱਖਾ। ਅਜਾਮਲ ਗਨਕਾ ਜੇ ਸਿਮਰਤ, ਜਿਸ ਨਾਮ ਨੂੰ ਸਿਮਰ ਕੇ ਅਜਾਮਲ ਵਰਗਾ ਪਾਪੀ। ਕਿਉਂਕਿ ਭਾਗਵਤ ਦੀ ਕਥਾ ਹੈ ਕਿ ਬ੍ਰਾਹਮਣ ਸੀ, ਕਨੌਜ ਦਾ ਰਹਿਣ ਵਾਲਾ, ਔਰ ਬੜਾ ਕੁਕਰਮੀ ਸੀ। ਇਹ ਜਿਹੜਾ ਅਜਾਮਲ ਸੀ, ਵੇਸਵਾਗਾਮੀ ਸੀ। ਆਪਣੇ ਇੱਕ ਪੁੱਤਰ ਦਾ ਨਾਮ ਇਸਨੇ ਨਾਰਾਇਣ ਰੱਖ ਲਿਆ, ਔਰ ਨਾਰਾਇਣ ਪਰਮਾਤਮਾ ਦਾ ਸਿਮਰਨ ਕਰਨ ਦੀ ਇਸ ਦੇ ਅੰਦਰ ਲਗਨ ਲੱਗ ਗਈ, ਤੇ ਉਸ ਪ੍ਰਭੂ ਨੂੰ ਸਿਮਰਦਾ ਸਿਮਰਦਾ ਇੱਕ ਦਿਨ ਇਸ ਭਾਵ ਤੋਂ ਮੁਕਤ ਹੋ ਗਿਆ। ਇੱਥੇ ਉਦਾਹਰਨ ਦੇ ਕੇ, ਇਹ ਉਦਾਹਰਨਾਂ ਪਤਾ ਕਿਉਂ ਦਿੱਤੀਆਂ? ਕਿਉਂਕਿ ਗੁਰੂ ਸਾਹਿਬ ਜੀ ਦਾ ਬਹੁਤਾ ਦੌਰਾ ਜਿਹੜਾ ਉਹ ਪੂਰਬ ਵੱਲ ਦਾ ਹੈ। ਯਾਦ ਰੱਖਿਓ, ਗੁਰੂ ਤੇਗ ਬਹਾਦਰ ਮਹਾਰਾਜ ਪੂਰਬ ਵੱਲ ਬਹੁਤ ਵੱਧ ਵਿਚਰੇ। ਯੂਪੀ ਦੇ ਵਿੱਚ, ਬਿਹਾਰ ਦੇ ਵਿੱਚ, ਬੰਗਾਲ ਦੇ ਵਿੱਚ, ਉਹਨਾਂ ਇਲਾਕਿਆਂ ਦੇ ਵਿੱਚ ਸਤਿਗੁਰੂ ਜੀ ਦਾ ਬਹੁਤਾ ਸਮਾਂ ਉੱਥੇ ਜਦੋਂ ਸਤਿਗੁਰ ਗਏ ਔਰ ਉੱਥੇ ਵਿਚਰਦੇ ਰਹੇ, ਉਹਨਾਂ ਇਲਾਕਿਆਂ ਦੇ ਅੰਦਰ ਵਿਚਰਦੇ ਰਹੇ। ਇਸ ਕਰਕੇ ਗੁਰੂ ਸਾਹਿਬ ਜੀ ਦੀ ਬਹੁਤੀ ਬਾਣੀ ਜਿਹੜੀਆਂ ਸਮਾਜਿਕ ਆਮ ਉਦਾਹਰਨਾਂ ਚੱਲਦੀਆਂ ਆ ਰਹੀਆਂ ਸਨ, ਜਾਂ ਇਹ ਗੱਲਾਂ ਆਮ ਸਮਾਜ ਦੇ ਵਿੱਚ ਸਨ, ਗੁਰੂ ਸਾਹਿਬ ਨੇ ਉਦਾਹਰਨਾਂ ਉਹ ਦਿੱਤੀਆਂ, ਪਰ ਇਹ ਉਦਾਹਰਨਾਂ ਨੇ, ਇਹ ਗੁਰਮਤਿ ਨਹੀਂ। ਇਹ ਗੱਲ ਯਾਦ ਰੱਖਣਾ। ਉਦਾਹਰਨ ਕਿਸੇ ਵੀ ਪੱਖ ਤੋਂ ਲਈ ਜਾ ਸਕਦੀ ਹੈ। ਇਹ ਗੱਲ ਯਾਦ ਰੱਖਣੀ ਹੈ ਵੀ ਇਹ ਗੁਰਮਤਿ ਨਹੀਂ, ਇਹ ਉਦਾਹਰਨਾਂ ਨੇ। ਕੇਵਲ ਉਦਾਹਰਨ ਦੇ ਕੇ ਉਹਨਾਂ ਲੋਕਾਂ ਨੂੰ, ਜਿਹੜੇ ਲੋਕ ਨਾਮ ਨਾਲੋਂ ਟੁੱਟੇ ਹੋਏ ਸਨ, ਪ੍ਰਭੂ ਦੀ ਬੰਦਗੀ ਨਾਲੋਂ ਜਿਹੜੇ ਦੂਜੇ ਪਾਸੇ ਕੁਰਾਹੇ ਪੈ ਗਏ ਸਨ, ਉਹਨਾਂ ਨੂੰ ਸਤਿਗੁਰ ਨੇ ਕਿਹਾ ਵੀ ਉਹਨਾਂ, ਕਿਉਂਕਿ ਆਮ ਉਹਨਾਂ ਨੂੰ ਗੱਲਾਂ ਪਤਾ ਸਨ। ਆਮ ਲੋਕਾਂ ਵਿੱਚ ਜਦੋਂ ਪੰਡਤ ਜੀ ਜਾਂਦੇ ਸਨ, ਇਹ ਕਥਾਵਾਂ ਸੁਣਾਉਂਦੇ ਸਨ। ਇਸ ਕਰਕੇ ਗੁਰੂ ਸਾਹਿਬ ਜੀ ਨੇ ਉਦਾਹਰਨਾਂ ਉਨਾਦੀਆਂ ਦਿੱਤੀਆਂ, ਤੇ ਆਪਣਾ ਗੁਰਮਤਿ ਦਾ ਸਿਧਾਂਤ ਸਤਿਗੁਰੂ ਜੀ ਨੇ ਪੇਸ਼ ਕੀਤਾ। ਗੁਰਮਤਿ ਦਾ ਸਿਧਾਂਤ ਕੀ ਹੈ? ਦੁੱਖ ਹਰਤਾ ਹਰ ਨਾਮ ਪਛਾਣੋ। ਇਹ ਗੁਰਮਤਿ ਦਾ ਸਿਧਾਂਤ ਹੈ। ਤੇ ਮੰਨ ਗਿਆ ਅਜਾਮਲ ਗਨਕਾ, ਜਿਹੜੀ ਗਨਕਾ ਸੀ ਇੱਕ ਵੇਸਵਾ ਸੀ। ਇੱਕ ਸਾਧੂ ਨੇ ਕਹਿੰਦੇ ਇਸ ਨੂੰ ਤੋਤਾ ਦਿੱਤਾ। ਇਹ ਵੀ ਰਾਮਾਇਣ ਦੇ ਵਿੱਚ ਕਥਾ ਆਉਂਦੀ ਹੈ। ਔਰ ਤੋਤੇ ਨੂੰ ਰਾਮ ਨਾਮ ਪੜਾਇਆ, ਔਰ ਹੌਲੀ ਹੌਲੀ ਰਾਮ ਰਾਮ ਕਰਦਿਆਂ ਕਹਿੰਦੇ ਇਸ ਦੀ ਵੀ ਲਿਵ ਜੁੜ ਗਈ। ਤੇ ਗੁਰੂ ਸਾਹਿਬ ਨੇ ਉਹਨਾਂ ਦੋਨਾਂ ਦੀ ਉਦਾਹਰਨਾਂ ਦੇ ਕੇ ਆਪਣੀ ਗੁਰਮਤਿ ਨੂੰ ਅੱਗੇ ਰੱਖ ਕੇ ਕਿਹਾ, ਅਜਾਮਲ ਗਨਕਾ ਜੇ ਸਿਮਰਤ ਮੁਕਤ ਬਹਿ ਜੀ ਜਾਨੋ। ਵੀ ਜਿਹੜੇ ਕਿ ਉਹ ਇਸ ਜਹਾਨ ਦੇ ਵਿੱਚੋਂ ਜਿੰਦ ਨਾਲ ਪਾਓ ਕਿ ਹਿਰਦੇ ਵਿੱਚ ਉਹਨਾਂ ਨੇ ਸਾਂਭ ਕੇ ਰੱਖਿਆ, ਤੇ ਉਹ ਮੁਕਤ ਹੋ ਗਏ। ਉਹਨਾਂ ਨੂੰ ਮੁਕਤੀ ਮਿਲ ਗਈ ਜਿਨ੍ਹਾਂ ਨੇ ਹਰੀ ਪਰਮਾਤਮਾ ਦੇ ਨਾਮ ਨੂੰ ਸਿਮਰਿਆ, ਪਰਮਾਤਮਾ ਦੀ ਸਿਫਤ ਕੀਤੀ। ਮੁਕਤ ਪਏ, ਮੁਕਤ ਪਾਓ ਕਿ ਉਹਨਾਂ ਦੇ ਇਹ ਬੰਧਨ ਟੁੱਟ ਗਏ।
ਜਿਸ ਪਾਪ ਦੇ ਵਿੱਚ ਗਰਸੇ ਸਨ ਉਸ ਪਾਪ ਤੋਂ ਆਜ਼ਾਦ ਹੋ ਗਏ। ਕਿਉਂਕਿ ਅਸਲ ਦੇ ਵਿੱਚ ਇਹ ਪਾਪ ਹੀ ਨੇ। ਨਾਨਕ ਔਗੁਣ ਜੇਤੜੇ ਤੇਤੇ ਗਲੀ ਜੰਜੀਰ। ਜਿਤਨੇ ਔਗੁਣ ਨੇ ਉਤਨੀਆਂ ਹੱਥਕੜੀਆਂ ਨੇ, ਉਹੀ ਸਾਨੂੰ ਅੱਗੇ ਨਹੀਂ ਵਧਣ ਦਿੰਦੇ। ਗੁਰਮਤ ਜਿਹੜੀ ਹੈ ਸਾਡੇ ਸਰੀਰ ਨਾਲ ਜੁੜੇ ਹੋਏ ਜਿਹੜੇ ਬੰਧਨ ਨੇ ਉਹਨਾਂ ਨੂੰ ਤੋੜ ਕੇ ਰੂਹਾਨੀ ਮਾਰਗ ਦੇ ਵਿੱਚ ਪਾਉਂਦੀ ਹੈ, ਰੂਹਾਨੀ ਮਾਰਗ ਤੇ ਤੋਰਦੀ ਹੈ। ਔਰ ਇੱਕ ਗੱਲ ਯਾਦ ਰੱਖਣਾ, ਜੇ ਬੰਦੇ ਦੇ ਹੱਥਕੜੀਆਂ ਪਈਆਂ ਉਹ ਅੱਗੇ ਨਹੀਂ ਤੁਰ ਸਕਦਾ। ਉਸ ਨੂੰ ਆਪਣੇ ਬੰਧਨ ਤੋੜਨੇ ਹੀ ਪੈਣਗੇ, ਕਿਉਂਕਿ ਬੰਧਨ ਤੋੜੈ ਹੋਵੇ ਮੁਕਤ, ਬੰਧਨ ਤੇ ਛੁਟਕਾਵੇ ਪ੍ਰਭੂ ਮਿਲਾਵੇ। ਬਹੁਤ ਸਾਰੀ ਬਾਣੀ ਦੀ ਤੁਕਾਂ ਨੇ ਵੀ ਜਦੋਂ ਤੱਕ ਬੰਧਨ ਨੇ ਔਰ ਉਦੋਂ ਤੱਕ ਪ੍ਰਭੂ ਨਹੀਂ, ਪਰ ਜਦੋਂ ਬੰਧਨ ਟੁੱਟ ਜਾਂਦੇ ਨੇ ਫਿਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਂਝ ਬਣ ਜਾਂਦੀ ਹੈ। ਇਸ ਕਰਕੇ ਗੁਰਦੇਵ ਪਿਤਾ ਇੱਥੇ ਕਹਿਣ ਲੱਗੇ, ਗਜ ਕੀ ਤਰਾਸ ਮਿਟੀ ਛਿਨਹੂ ਮੈਂ ਜਬ ਹੀ ਰਾਮ ਬਖਾਣੋ। ਗਜ, ਇਹ ਵੀ ਇੱਕ ਭਾਗਵਤ ਦੀ ਕਥਾ ਲਿਖੀ ਹੋਈ ਹੈ। ਕਹਿੰਦੇ ਇੱਕ ਗੰਧਰਵ ਰਖੀ ਦੇ ਸ਼ਰਾਪ ਦੇ ਨਾਲ ਕਹਿੰਦੇ ਨੇ ਇਸ ਨੂੰ ਗਜ ਹਾਥੀ ਦਾ ਜਨਮ ਮਿਲਿਆ। ਆਓ ਕਿ ਕੋਈ ਗੰਧਰਵ ਸੀਗਾ ਔਰ ਕਿਸੇ ਰਿਸ਼ੀ ਨੇ ਉਹਨੂੰ ਸ਼ਰਾਪ ਦੇ ਦਿੱਤਾ ਵੀ ਤੂੰ ਅਗਲੇ ਜਨਮ 'ਚ ਹਾਥੀ ਬਣੇਗਾ। ਕਹਿੰਦੇ ਹਾਥੀ ਦਾ ਜਨਮ ਮਿਲਿਆ ਔਰ ਵਰੁਣ ਦੇਵਤੇ ਦੇ ਤਲਾਬ ਵਿੱਚ ਇਸ ਨੂੰ ਇੱਕ ਤੇਂਦੂਏ ਨੇ ਫੜ ਲਿਆ। ਇਹ ਗਾਥਾਵਾਂ ਲਿਖੀਆਂ ਹੋਈਆਂ, ਇਹ ਸਿਰਫ ਉਦਾਹਰਨਾਂ ਵਾਸਤੇ ਨੇ। ਇਹ ਬੰਦੇ ਨੂੰ ਯਕੀਨ ਆ ਸਕੇ ਜੇ ਵੀ ਇੱਕ ਹਾਥੀ ਨਾਮ ਜਪ ਕੇ ਛੁੱਟ ਸਕਦਾ, ਤੂੰ ਕਿਉਂ ਨਹੀਂ ਛੁੱਟ ਸਕਦਾ? ਜੇ ਅਜਾਮਲ ਵਰਗਾ ਪਾਪੀ ਨਾਮ ਜਪ ਕੇ ਉਹਦਾ ਪਾਰ ਉਤਾਰਾ ਹੋ ਸਕਦਾ, ਤੇਰਾ ਕਿਉਂ ਨਹੀਂ ਹੋ ਸਕਦਾ? ਜੇ ਇੱਕ ਗਨਕਾ ਵਰਗੀ ਵੇਸਵਾ ਨਾਮ ਜਪ ਕੇ ਉਸ ਪਾਪ ਤੋਂ ਬਚ ਸਕਦੀ, ਤੂੰ ਕਿਉਂ ਨਹੀਂ ਬਚ ਸਕਦਾ? ਇਹ ਸਿਰਫ ਇਸ ਕਰਕੇ ਉਦਾਹਰਨਾਂ ਸਤਿਗੁਰੂ ਨੇ ਦਿੱਤੀਆਂ। ਇੱਥੇ ਵੀ ਸਤਿਗੁਰੂ ਕਹਿੰਦੇ ਗਜ ਕੀ ਤਰਾਸ ਮਿੱਟੀ ਛਿਨੂ ਮੈਂ, ਇੱਕ ਖਿੰਨ ਦੇ ਅੰਦਰ। ਆਓ ਕਿ ਜਿਵੇਂ ਉਹ ਤਰਾਸ ਦਾ ਅਰਥ ਹੈ ਡਰ ਦੂਰ ਹੋ ਗਿਆ। ਜਬ ਹੀ ਰਾਮ ਬਖਾਣੋ, ਜੋ ਉਸਨੇ ਰਾਮ ਦੇ ਨਾਮ ਨੂੰ, ਪਰਮਾਤਮਾ ਦੇ ਨਾਮ ਨੂੰ ਬਖਿਆਨ ਕੀਤਾ। ਇਹ ਨਾਲ ਕਰੇ ਨਾਰਦ ਕਹਿਤ ਸੁਨਤ ਧਰੂ ਬਾਰਕ। ਕਹਿੰਦੇ ਨਾਰਦ ਨੇ ਆਖਿਆ, ਧਰੂ ਬੱਚੇ ਨੇ ਸੁਣਿਆ, ਭਜਨ ਮਾਹੇ ਲਪਟਾਨੋ। ਜਦੋਂ ਉਹ ਪਰਮਾਤਮਾ ਦੇ ਭਜਨ ਦੇ ਵਿੱਚ, ਲਪਟਾਨੋ ਦਾ ਅਰਥ ਹੈ ਭਜਨ ਦੇ ਵਿੱਚ ਇੱਕ ਮਿਕ ਹੋ ਗਿਆ, ਭਜਨ ਦੇ ਵਿੱਚ ਲਿਵ ਲੱਗ ਗਈ। ਕਹਿੰਦੇ ਨੇ ਉਹ ਵੀ ਧਰੂ ਇੱਕ ਮਹਾਨ ਬਣ ਗਿਆ। ਕਿਉਂਕਿ ਇਹ ਕਥਾ ਤਾਂ ਭਾਈ ਗੁਰਦਾਸ ਜੀ ਹੁਣਾਂ ਨੇ ਵੀ ਲਿਖੀ ਹੈ। ਕਹਿੰਦੇ ਧਰੂ ਹਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੇਤਾ। ਭਗਤ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੇ ਬਚਨਾਂ 'ਚ ਲਿਖਦੇ ਨੇ, ਇੱਕ ਦਿਨ ਧਰੂ ਹੱਸਦਾ ਹੋਇਆ ਘਰ ਆਇਆ, ਆਪਣੇ ਪਿਓ ਦੀ ਗੋਦ ਵਿੱਚ ਬੈਠ ਗਿਆ। ਮਤਰੇਈ ਮਾਂ ਨੇ ਬਾਂਹ ਫੜ ਕੇ ਉਠਾਲ ਦਿੱਤਾ। ਬੜਾ ਗੁੱਸਾ ਚੜਿਆ। ਕਹਿੰਦੇ ਪ੍ਰਹਲਾਦ ਨੂੰ 5 ਸਾਲਾਂ ਦੀ ਉਮਰ। ਮਾਂ ਨੂੰ ਪੁੱਛਿਆ ਕਿ ਤੂੰ ਸਵਾਣੀ ਹੈ ਕਿ ਸਰੀਤਾ, ਤੂੰ ਦਾਸੀ ਹੈ ਕਿ ਰਾਣੀ ਹੈ, ਦੱਸ ਕੀ ਹੈ? ਤੇ ਮਾਂ ਕਹਿੰਦੀ ਹੈ, ਬੇਟਾ ਮੈਂ ਜਨਮ ਕਰਕੇ ਰਾਣੀ ਆ, ਪਰ ਕਰਮ ਮੇਰੇ ਦਾਸੀਆਂ ਵਰਗੇ ਨੇ। ਮੈਂ ਕਦੀ ਭਗਤੀ ਨਹੀਂ ਕੀਤੀ, ਚੰਗੇ ਕੰਮ ਨਹੀਂ ਕੀਤੇ। ਜਿਸਨੇ ਰਾਜ ਪਾਟ ਦਿੱਤਾ ਉਸ ਪਰਮਾਤਮਾ ਨੂੰ ਕਦੀ ਸਲਾਇਆ ਨਹੀਂ, ਉਸਦੀ ਉਪਮਾ ਨਹੀਂ ਕੀਤੀ। ਇਸ ਕਰਕੇ ਅੱਜ ਮੇਰੀ ਇਹ ਹਾਲਤ ਹੈ। ਤੇ ਫਿਰ ਕਹਿੰਦੇ ਆਪਣੀ ਮਾਂ ਨੂੰ ਗੱਲ ਪੁੱਛੀ, ਮਾਂ ਚੱਲ ਇੱਕ ਗੱਲ ਦੱਸ, ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਨ ਮਿੱਤਾ। ਕਿਹੜਾ ਯਤਨ ਕਰਾਂ ਜਿਹਦੇ ਨਾਲ ਮੈਨੂੰ ਰਾਜ ਪਾਟ ਮਿਲ ਜਾਏ, ਤੇ ਜਿਹੜੇ ਮੇਰੀ ਮਤਰੇਈ ਮਾਂ ਸ਼ਤਰੂ ਬਣੀ ਪਈ ਹੈ ਉਹ ਮੇਰੀ ਮਿੱਤਰ ਬਣ ਸਕੇ, ਮੈਨੂੰ ਪਿਆਰ ਕਰੇ। ਤੇ ਮਾਂ ਨੇ ਕਿਹਾ ਕਿ ਪਰਮੇਸ਼ਰ ਆਰਾਧੀ ਹੈ, ਜਿੱਦੂ ਹੋਈ ਹੈ ਪਵਿੱਤਰ ਪ੍ਰਣੀਤਾ ਪੁੱਤਰ। ਰੱਬ ਨੂੰ ਆਰਾਧ ਲੈ, ਤੂੰ ਪਵਿੱਤਰ ਜੀਵਨ ਵਾਲਾ ਬਣ ਜਾਏਗਾ। ਹੁਣ ਜਦੋਂ ਪ੍ਰਹਲਾਦ ਕਹਿੰਦੇ ਜੋ ਧਰੂ ਜਦੋਂ ਭਗਤੀ ਕਰਨ ਵਾਸਤੇ ਤੁਰਿਆ ਤਾਂ ਉਸ ਵੇਲੇ ਜੋ ਰਸਤੇ ਦੇ ਵਿੱਚ ਨਾਰਦ ਮੁਨੀ ਬਣ ਗਏ। ਕਹਿੰਦੇ ਕਿੱਥੇ ਚੱਲਾਂਗੇ? ਕਹਿੰਦੇ ਜੰਗਲ 'ਚ ਜਾ ਰਹੇ, ਭਗਤੀ ਕਰਨੀ। ਕਹਿੰਦੇ 5 ਸਾਲ ਦੀ ਉਮਰ ਹੈ, ਛੱਡ। ਉਹਨੂੰ ਪੁੱਛਦਾ, ਕਹਿੰਦੇ ਨਹੀਂ ਮੈਂ ਮੁਕਤੀ ਹੋਣਾ, ਦੱਸ ਕਿਵੇਂ ਹੋ ਸਕਦਾ? ਕਹਿੰਦੇ ਨਾਮ ਜਪ ਕੇ। ਕਹਿੰਦੇ ਮੈਂ ਹੁਣ ਨਾਮ ਹੀ ਜਪਣਾ, ਹੁਣ ਵਾਪਿਸ ਨਹੀਂ ਮੁੜਨਾ। ਤੇ ਕਹਿਣ ਲੱਗੇ ਸਤਿਗੁਰੂ ਜੀ ਕਹਿੰਦੇ ਉਹਨੇ ਭਜਨ ਕੀਤਾ, ਉਸਦੇ ਵਿੱਚ ਜੁੜ ਗਿਆ ਤੇ ਉਹਦਾ ਦੁੱਖ ਦੂਰ ਹੋ ਗਿਆ। ਫਿਰ ਕਹਿਣ ਲੱਗੇ ਅਚਲ ਅਮਰ ਨਿਰਭੈ ਪਦ ਪਾਇਓ, ਜਗਤ ਜਾਹੇ ਹੈਰਾਨੋ। ਕਹਿੰਦੇ ਜਿਵੇਂ ਕਿ ਧਰੂ ਨੂੰ ਅਚਲ ਅਮਰ ਤੇ ਨਿਰਭੈ ਪਦ ਹਾਸਲ ਹੋਇਆ, ਜਗਤ ਜਾਏ ਹੈਰਾਨੋ, ਸਾਰਾ ਜਗਤ ਹੈਰਾਨ ਹੋ ਗਿਆ ਵੀ 5 ਸਾਲ ਦਾ ਬੱਚਾ
ਔਰ ਤੁਸੀਂ ਵੇਖੋ ਭਗਤ ਕਬੀਰ ਸਾਹਿਬ ਜੀ ਨੂੰ ਇਹ ਗੱਲ ਆਖਣੀ ਪਈ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਲਾਦ, ਜਪਿਓ ਹਰ ਜੈਸੇ। ਉਦਾਹਰਨ ਦੇਣੀ ਪੈ ਗਈ। ਸੰਸਾਰ ਦੇ ਵਿੱਚ ਹਮੇਸ਼ਾ ਲੋਕ ਗੱਲ ਆਪਣੇ ਤੋਂ ਵੱਡਿਆਂ ਦੀ ਕਰਦੇ ਨੇ ਕਿ ਫਲਾਣਾ ਜੀ, ਫਲਾਣਾ ਬੰਦਾ। ਪਰ ਦੇਖੋ ਕਬੀਰ ਸਾਹਿਬ ਕਹਿੰਦੇ ਮੈਂ ਉਦਾਹਰਨ ਦਾਂਗਾ ਉਹਨਾਂ ਦੀ ਜਿਨ੍ਹਾਂ ਨੇ 5 ਸਾਲ ਦੀ ਉਮਰ ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਕੀਤੀ। ਲੋਕ ਰੀਸ ਵੱਡਿਆਂ ਦੀ ਕਰਦੇ ਨੇ, ਭਗਤ ਕਬੀਰ ਸਾਹਿਬ ਕਹਿੰਦੇ ਮੈਂ ਰੀਸ ਕਰਾਂਗਾ ਉਹਨਾਂ ਦੀਆਂ ਜਿਨ੍ਹਾਂ ਨੇ 5 ਸਾਲ ਦੇ ਵਿੱਚ ਰੱਬ ਨੂੰ ਸਲਾ ਕੇ ਰੱਬ ਦੀ ਪ੍ਰਾਪਤੀ ਕੀਤੀ। ਦੇਖੋ ਨਾ ਤੁਸੀਂ ਕਮਾਲ ਦੀ ਗੱਲ, ਕਹਿੰਦੇ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਲਾਦ, ਜਪਿਓ ਹਰ ਜੈਸੇ। ਜਿਵੇਂ ਧਰੂ ਤੇ ਪ੍ਰਹਲਾਦ ਨੇ ਹਰੀ ਨੂੰ ਜਪਿਆ, ਮੈਂ ਇਸ ਤਰ੍ਹਾਂ ਜਪਾਂਗਾ। ਔਰ ਸਭ ਪਰਿਵਾਰ ਚੜਾਇਆ ਬੇੜੇ ਵਾਲੀ ਗੱਲ ਕਹਿ ਕੇ ਉਹਨਾਂ ਨੇ ਗੱਲ ਕਹੀ, ਕਹਿੰਦੇ ਮੈਂ ਆਪਣਾ ਉਸੀ ਬੇੜੀ ਵਿੱਚ, ਉਸੀ ਸਿਧਾਂਤ ਦੇ ਵਿੱਚ ਮੈਂ ਆਪਣੇ ਪਰਿਵਾਰ ਨੂੰ ਸਾਰੇ ਨੂੰ ਉਸ ਪਾਸੇ ਤੋਰ ਲਿਆ। ਕਬੀਰ ਸਾਹਿਬ ਕਹਿੰਦੇ ਨੇ ਜਿਹੜਾ ਉਸ ਸਿਧਾਂਤ ਨੂੰ ਕਮਾਏਗਾ ਉਹ ਪਾਰ ਹੋ ਜਾਏਗਾ। ਇਸ ਕਰਕੇ ਸਿਮਰਨ ਦੀ ਬਰਕਤ ਦੇ ਨਾਲ ਮਰ ਕਹਿੰਦੇ ਜੋ ਪ੍ਰਾਪਤ ਹੋਇਆ ਅਚਲ ਨਿਹਚਲ ਪਦ ਅਮਰ। ਜਦੋਂ ਕਿ ਮੌਤ ਦਾ ਡਰ ਖਤਮ ਹੋ ਗਿਆ, ਨਿਰਭੈ ਨਿਡਰਤਾ ਡਰ ਖਤਮ ਹੋ ਗਏ ਸਾਰੇ। ਪਦ ਪਾਇਓ ਜਗਤ ਜਾਏ ਹੈਰਾਨ, ਜਗਤ ਹੈਰਾਨ ਹੈ। ਇਹ ਜਿਹੜੀ ਗੱਲਾਂ ਉਦਾਹਰਨਾਂ ਦੇ ਰਹੇ ਨੇ ਨਾ ਸਤਿਗੁਰੂ ਨਾਲ ਕਰਨੇ, ਇਹਨਾਂ ਸਾਰੀਆਂ ਗੱਲਾਂ ਤੋਂ ਜਗਤ ਬੜਾ ਹੈਰਾਨ ਹੈ ਵੀ ਹਾਥੀ ਜਿਹੜਾ ਸੀ ਉਹ ਤੇਂਦੂਏ ਨੇ ਫੜ ਲਿਆ ਸੀ ਔਰ ਪਰਮਾਤਮਾ ਦੀ ਓਟ ਲਈ ਤੇ ਜੋ ਉਹ ਹਾਥੀ ਉਸ ਤੇਂਦੂਏ ਤੋਂ ਬਚ ਕੇ ਆ ਗਿਆ। ਜਗਤ ਹੈਰਾਨ ਇਸ ਗੱਲੋਂ ਕਿ ਅਜ਼ਾਮਲ ਤੇ ਗਨਕਾ ਵਰਗੇ ਪਾਪਨ ਤਰ ਜਾਂਦੇ ਨੇ, ਧਰੂ ਵਰਗਾ 5 ਸਾਲ ਦਾ ਬਾਲਕ ਨਾਮ ਜਪ ਕੇ ਅਟਲ ਪਦ ਹਾਸਲ ਕਰ ਲੈਂਦਾ ਹੈ। ਜਗਤ ਇਸ ਗੱਲੋਂ ਹੈਰਾਨ ਹੈ। ਮਰ ਕਹਿੰਦੇ ਉਹੀ ਹੈ ਦੁਖ ਹਰਤਾ ਹਰ ਨਾਮ ਪਛਾਣੋ। ਫਿਰ ਕਹਿਣ ਲੱਗੇ ਲਾਸਟ ਪੰਕਤੀ ਚ, ਨਾਨਕ ਕਹਿਤ ਭਗਤ ਰਛਕ ਹਰ। ਨਾਨਕ ਆਖਦਾ ਹੈ ਹਰੀ ਪਰਮਾਤਮਾ ਭਗਤਾਂ ਦੀ ਰੱਖਿਆ ਕਰਨ ਵਾਲਾ ਹੈ। ਨਿਕਟ ਤਾਹੇ ਤੁਮ ਮਾਨੋ, ਆਪਣੇ ਨੇੜੇ ਉਸ ਨੂੰ ਜਾਣੋ। ਉਹ ਭਗਤਾਂ ਦੀ ਰੱਖਿਆ ਕਰਦਾ ਹੈ। ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾ ਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਉਹੀ ਹੈ ਜਿਹੜਾ ਅੰਤ ਸਾਨੂੰ ਛਡਾਉਣ ਵਾਲਾ ਬੰਧਨਾਂ ਤੋਂ, ਉਹੀ ਸਾਡੀ ਰੱਖਿਆ ਕਰਨ ਵਾਲਾ ਹੈ। ਤੇ ਮਰ ਕਹਿੰਦੇ ਗੁਰੂ ਤੇਗ ਬਹਾਦਰ ਉਸਨੂੰ ਆਪਣੇ ਨਿਕਟ ਸਮਝੋ, ਉਹਨੂੰ ਪਹਿਚਾਣ, ਉਹਦੇ ਨਾਲ ਸਾਂਝ ਪਾ, ਕਿਉਂਕਿ ਉਹ ਤੇਰੇ ਨੇੜੇ ਹੈ। ਤੇ ਯਾਦ ਰੱਖਣਾ ਕਿਤਨੇ ਨੇੜੇ ਹੈ। ਭਗਤ ਰਵਿਦਾਸ ਜੀ ਨੇ ਕਮਾਲ ਦੇ ਬਚਨ ਕੀਤੇ, ਕਹਿਣ ਲੱਗੇ ਸਰਬੇ ਏਕ ਅਨੇਕੈ ਸੁਆਮੀ, ਸਭ ਕੜ ਭੁਗਵੈ ਸੋਈ। ਕਹਿ ਰਵਿਦਾਸ ਹਾਥ ਪੈ ਨੇੜੇ, ਸਹਿਜੇ ਹੋਏ ਸੋ ਹੋਈ। ਉਹ ਤਾਂ ਹੱਥ ਨਾਲੋਂ ਵੀ ਨੇੜੇ ਹੈ ਅਕਾਲ ਪੁਰਖ ਵਾਹਿਗੁਰੂ, ਹੱਥ ਨਾਲੋਂ ਵੀ ਨੇੜੇ। ਇਸ ਕਰਕੇ ਪਿਆਰ ਵਾਲਿਓ ਸਤਿਗੁਰੂ ਜੀ ਪਾਵਨ ਸ਼ਬਦ ਰਾਹੀਂ ਇਹੀ ਸਮਝਾਉਣਾ ਚਾਹੁੰਦੇ ਨੇ ਕਿ ਦੁੱਖ ਨੂੰ ਹਰਨ ਕਰਨ ਵਾਲਾ, ਨਾਸ਼ ਕਰਨ ਵਾਲਾ ਜੇ ਕੋਈ ਹੈ ਤਾਂ ਹਰੀ ਪਰਮਾਤਮਾ ਦਾ ਨਾਮ ਹੈ। ਉਸ ਨਾਮ ਨਾਲ ਤੂੰ ਵੀ ਸਾਂਝ ਪਾ, ਉਸ ਨਾਮ ਨਾਲ ਤੂੰ ਵੀ ਜੁੜ, ਤਾਂ ਤੇਰੇ ਵੀ ਸਾਰੇ ਦੁੱਖ ਜਿਹੜੇ ਨੇ ਉਹ ਦੂਰ ਹੋ ਜਾਣਗੇ। ਇੱਕ ਸ਼ਬਦ ਤੁਸੀਂ ਪੜ੍ਹਦੇ ਹੋ, ਉਸ ਸ਼ਬਦ ਵਿੱਚ ਇਹ ਪੰਕਤੀਆਂ ਪੜ੍ਹਦੇ ਹੋ ਕਿ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ। ਦੇਹ ਨਾਮ ਸੰਤੋਖਿਆ, ਉਤਰੈ ਮਨ ਕੀ ਭੁੱਖ। ਅਗਲੇ ਬਚਨ ਨੇ ਗੁਰ ਬਣ ਤ੍ਰਣ ਹਰਿਆ ਕੀਤਿਆ, ਨਾਨਕ ਕਿਆ ਬਨੁਖ। ਗੁਰੂ ਨੇ ਤੇ ਜੰਗਲ ਦੇ ਤਿਨਕੇ, ਬਣ ਜੰਗਲ ਸੁੱਕੇ ਹਰੇ ਭਰੇ ਕਰ ਦਿੱਤੇ। ਹੈ ਮਨੁੱਖ ਤੈਨੂੰ ਕਿਉਂ ਨਹੀਂ ਹਰਾ ਭਰਾ ਕਰੇਗਾ, ਤੇਰੇ ਉੱਤੇ ਕਿਉਂ ਨਹੀਂ ਕਿਰਪਾ ਕਰੇਗਾ। ਭਰੋਸਾ ਕਰਕੇ ਵੇਖ ਪਰਮਾਤਮਾ ਦੇ ਉੱਤੇ, ਉਹਦੇ ਨਾਮ ਨਾਲ ਜੁੜ ਕੇ ਤਾਂ ਵੇਖ। ਉਹਦੇ ਨਾਮ ਦੀ ਬਰਕਤ ਦੇ ਨਾਲ ਸਾਰਾ ਕੁਝ ਹੋਇਆ। ਮਹਾਰਾਜ ਕਹਿੰਦੇ ਉਸ ਨਾਮ ਨਾਲ ਜੁੜ, ਜਿਹਨੂੰ ਮਹਾਰਾਜ ਨੇ ਕਿਹਾ ਕਿ ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ। ਉਸਦੇ ਨਾਮ ਦੇ ਟਿਕਾਏ ਨੇ ਸਾਰੇ ਖੰਡ ਬ੍ਰਹਿਮੰਡ, ਸਾਰਾ ਸੰਸਾਰ ਨਾਮ ਦੇ ਆਸਰੇ ਤੇ ਚੱਲ ਰਿਹਾ। ਉਹ ਨਾਮ ਦੀ ਗੱਲ ਕਰਦੇ ਕਹਿੰਦੇ ਦੁੱਖ ਹਰਤਾ ਹਰ ਨਾਮ ਪਛਾਣੋ। ਉਹੀ ਸਾਰਿਆਂ ਦਾ ਦੁੱਖ ਹਰੇਗਾ, ਸਾਰਿਆਂ ਦੇ ਦੁੱਖ ਦਾ ਨਾਸ਼ ਕਰਨ ਵਾਲਾ ਉਹ ਨਾਮ ਹੀ ਹੈ। ਇਸ ਕਰਕੇ ਇਸ ਨਾਮ ਦੇ ਨਾਲ ਤੂੰ ਵੀ ਸਾਂਝ ਪਾਈ ਰੱਖ। ਗੁਰੂ ਤੇਗ ਬਹਾਦਰ ਮਹਾਰਾਜ ਉਸ ਨਾਮ ਨਾਲ ਤੂੰ ਵੀ ਜੁੜ, ਜੇ ਚਾਹੁੰਦਾ ਕਿ ਤੇਰੇ ਦੁੱਖ ਦੂਰ ਹੋ ਜਾਣ। ਹੋਰ ਕੋਈ ਤਰੀਕਾ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਦੇ ਅੱਗੇ ਵਚਨ ਆਣਗੇ ਕਿ ਹਰ ਕੇ ਨਾਮ ਬਿਨਾਂ ਦੁੱਖ ਪਾਵੈ, ਭਗਤ ਬਿਨਾਂ ਸਹਿਸਾਨ ਨਹੀਂ ਚੁੱਕੈ, ਗੁਰ ਇਹ ਭੇਦ ਬਤਾਵੈ। ਕਹਿੰਦੇ ਹਰੀ ਦੇ ਨਾਮ ਤੋਂ ਬਿਨਾਂ ਬੰਦਾ ਦੁੱਖ ਹੀ ਪ੍ਰਾਪਤ ਕਰਦਾ ਹੈ, ਭਗਤੀ ਤੋਂ ਬਿਨਾਂ ਸੰਸ਼ੇ ਖਤਮ ਨਹੀਂ ਹੁੰਦੇ। ਗੁਰ ਇਹ ਭੇਦ ਸਾਨੂੰ ਸਮਝਾਉਂਦਾ ਹੈ। ਅਸੀਂ ਇਸ ਭੇਦ ਨੂੰ ਸਮਝੀਏ, ਉਸ ਰੂਹਾਨੀਅਤ ਨਾਲ ਜੁੜੀਏ, ਉਸ ਨਾਮ ਨਾਲ ਜੁੜੀਏ,
ਉਸ ਸੱਤਾ ਨਾਲ ਜੁੜੀਏ ਜਿਸ ਸੱਤਾ ਨੂੰ ਮੇਰੇ ਗੁਰੂ ਨਾਨਕ ਨੇ ਓਂਕਾਰ ਕਰਕੇ ਔਰ ਮੂਲ ਮੰਤਰ ਦਾ ਸਾਰਾ ਸਰੂਪ ਸਾਡੇ ਸਾਹਮਣੇ ਬਿਆਨ ਕੀਤਾ, ਉਸਦੇ ਗੁਣ ਸਾਡੇ ਸਾਹਮਣੇ ਰੱਖੇ, ਉਸਦੇ ਗੁਣਾਂ ਨਾਲ ਜੁੜੀਏ, ਉਸਦੇ ਨਾਮ ਨਾਲ ਜੁੜੀਏ, ਫਿਰ ਹੋ ਜਾਣਗੇ ਇਹ ਲੋਕ ਸੁਖੀਏ ਪਰ ਲੋਕ ਸਵੇਲੇ ਨਾਨਕ ਹਰਿ ਭਉ ਆਪੇ ਮਿਲੇ। ਧੰਨਵਾਦ ਜੀ ਸਾਰਿਆਂ ਦਾ, ਜੀ ਆਇਆਂ ਨੂੰ ਇਤਨੇ ਬਚਨ ਪ੍ਰਵਾਨ। ਫਤਿਹ ਦੀ ਸਾਂਝ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਪਤਾ ਹੈ